ਫਾਸਟਵੇ ਟੀਵੀ ਦੇਖਦੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਪੰਜਾਬ ਦੇ ਵਿੱਚ ਫੌਜ ਲਾਉਣ ਦੀ ਜਿਹੜੀ ਡਿਮਾਂਡ ਆ ਉਹ ਵੱਧਦੀ ਜਾ ਰਹੀ ਆ। ਪਹਿਲਾਂ ਤਾਂ ਬੀਜੇਪੀ ਨੇ ਕਿਹਾ ਸੀ ਕਿ ਮੂਰੇ ਪੰਚਾਇਤੀ ਚੋਣਾਂ ਹੋਣੀਆਂ ਨੇ, ਉਸ ਕਰਕੇ ਪੰਜਾਬ ਦੇ ਵਿੱਚ ਫੌਜ ਲਾਈ ਜਾਵੇ। ਅੱਜ ਬਾਦਲ ਦੀ ਪਾਰਟੀ ਨੇ, ਸੁਖਬੀਰ ਬਾਦਲ ਦੀ ਪਾਰਟੀ ਨੇ ਇਹ ਬੋਲਿਆ ਕਿ ਜੀ ਪੰਜਾਬ ਦੇ ਵਿੱਚ ਫੌਜ ਲੱਗਣੀ ਚਾਹੀਦੀ ਆ ਕਿਉਂਕਿ ਮੂਰੇ ਪੰਚਾਇਤੀ ਚੋਣਾਂ ਆਣੀਆਂ ਨੇ। ਤੁਸੀਂ ਦੇਖੋ ਕਿ ਪਹਿਲਾਂ ਕੈਪਟਨ ਵੀ ਹਮਾਇਤ ਕਰਦਾ, ਇਹ ਸਾਰੇ ਲੋਕ ਜਿਹੜੇ ਧਰਨੇ ਲੱਗੇ ਨੇ ਦਿੱਲੀ 'ਚ ਉਹਨੂੰ ਤਿੱਤਰ ਬਿੱਤਰ ਕਰਨ ਦੀਆਂ ਸਕੀਮਾਂ ਘੜ ਰਹੇ ਨੇ ਕਿਉਂਕਿ ਪੰਚਾਇਤੀ ਚੋਣਾਂ ਦੇ ਚੱਕਰ ਦੇ ਵਿੱਚ ਪੰਜਾਬ ਦੇ ਵਿੱਚ ਫੌਜ ਲਾਉਨੇ ਆ ਕਿਉਂਕਿ ਜਿਹੜੇ ਰਿਲਾਇੰਸ ਦੇ ਟਾਵਰ ਨੇ ਉਹ ਬਚੇ ਰਹਿਣਗੇ। ਜਿਹੜੇ ਪੰਜਾਬ ਦੇ ਵਿੱਚ ਧਰਨੇ ਲੱਗਦੇ ਨੇ, ਛੋਟੇ ਛੋਟੇ ਵਿਰੋਧ ਕਰਦੇ ਨੇ ਰਿਲਾਇੰਸ ਦਾ, ਉਹ ਹੁਣੋਂ ਹਟ ਜੂਗਾ ਕਿਉਂਕਿ ਫੌਜ ਲਾ ਦਿੰਦੇ ਆ ਬਹਾਨੇ ਦੇ ਨਾਲ। ਇਹ ਡਿਮਾਂਡ ਅੱਜ ਬਾਦਲ ਵੱਲੋਂ ਵੀ ਕੀਤੀ ਗਈ ਆ। ਇੱਕ ਪਾਸੇ ਤਾਂ ਕਹਿੰਦੇ ਨੇ ਅਸੀਂ ਕਿਸਾਨਾਂ ਦੇ ਹਮਾਇਤੀ ਆ, ਦੂਜੇ ਪਾਸੇ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਯੂਪੀ ਤੋਂ, ਬਿਹਾਰ ਤੋਂ, ਅਲੱਗ-ਅਲੱਗ ਸਟੇਟਾਂ ਤੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਕਿਸਾਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾ ਰਿਹਾ। ਜਿਹੜੇ ਲੋਕ ਧਰਨਿਆਂ ਵੱਲ ਨੂੰ ਵੱਧਦੇ ਨੇ ਆਉਣ ਲਈ, ਉਹਨਾਂ ਨੂੰ ਚੱਕ ਕੇ ਜੇਲ੍ਹਾਂ 'ਚ ਬੰਦ ਕਰਿਆ ਜਾ ਰਿਹਾ। ਇਹ ਬਹੁਤ ਵੱਡੀ ਮੰਦਭਾਗੀ ਖਬਰ ਆ ਜੋ ਸਾਹਮਣੇ ਆ ਰਹੀ ਆ ਕਿ ਹਜ਼ਾਰਾਂ ਦੇ ਹਿਸਾਬ ਨਾਲ ਹੀ ਲੋਕ ਜੇਲ੍ਹਾਂ 'ਚ ਬੰਦ ਕਰ ਦਿੱਤੇ ਨੇ। ਇਹ ਜਿਹੜੀ ਲੋਕਤੰਤਰ ਦੀ ਗੱਲ ਕਰਨ ਵਾਲੀ, ਲੋਕਤੰਤਰ ਕਹਿਣ ਵਾਲੇ ਲੋਕ ਨੇ, ਉਹ ਅੱਜ ਲੋਕਤੰਤਰ ਦਾ ਕੀ ਬੇੜਾ ਗਰਕ ਕਰਨ ਲੱਗੇ ਹੋਏ ਨੇ, ਉਹ ਤੁਹਾਡੇ ਸਭ ਦੇ ਸਾਹਮਣੇ ਆ। ਹਰਿਮੰਦਰ ਸਾਹਿਬ ਜੋ ਲੋਕ ਜਾਂਦੇ ਨੇ ਸਰਬੱਤ ਦਾ ਭਲਾ ਮੰਗਦੇ ਨੇ ਕਿ ਪ੍ਰਮਾਤਮਾ ਸਭ ਦਾ ਭਲਾ ਕਰੀ, ਪਰ ਅੱਜ ਬਾਦਲ ਫੈਮਿਲੀ ਹਰਿਮੰਦਰ ਸਾਹਿਬ ਗਈ, ਉਹਨਾਂ ਨੇ ਉੱਥੇ ਖੜ ਕੇ ਵੀ ਕਿਸੇ ਦਾ ਭਲਾ ਨਹੀਂ ਮੰਗਿਆ, ਝੂਠ ਹੀ ਬੋਲਿਆ। ਗੁਰਦੁਆਰੇ 'ਚ ਖੜ ਕੇ ਕਹਿੰਦੇ ਜੀ ਤੁਸੀਂ ਆਏ ਦੱਸੋ ਅਸੀਂ ਬਿੱਲਾਂ ਦੀ ਹਮਾਇਤ ਕਦੋਂ ਕਰੀ ਆ, ਸਾਨੂੰ ਪ੍ਰੂਫ ਦਿਖਾਓ, ਕੋਈ ਬੰਦਾ ਪ੍ਰੂਫ ਦਿਖਾਵੇ ਕਿ ਅਸੀਂ ਬਿੱਲਾਂ ਦੀ ਹਮਾਇਤ ਕਦੋਂ ਕਰੀ ਆ। ਇਹਨਾਂ ਦੀਆਂ ਅੰਨੇ ਹੋ ਜਾਣ ਇਹ ਬਾਦਲ ਫੈਮਿਲੀ ਕੇ। ਕਹਿੰਦੇ ਜੀ ਗੁਰੂ ਘਰ ਖੜ ਕੇ, ਹਰਿਮੰਦਰ ਸਾਹਿਬ ਗੁਰੂ ਘਰ ਦੇ ਵਿੱਚ ਖੜ ਕੇ ਬੋਲ ਰਹੇ ਨੇ ਕਿ ਜੀ ਅਸੀਂ ਤਾਂ ਕਿਹਾ ਹੀ ਨਹੀਂ ਕਿ ਬਿੱਲ ਹੱਕ ਦੇ ਨੇ ਕਿਸਾਨਾਂ ਦੇ। ਸਾਰੇ ਲੋਕਾਂ ਨੇ ਇਹਦੀ ਵੀਡੀਓ ਦੇਖੀ ਆ, ਅਜੇ ਵੀ ਸੋਸ਼ਲ ਮੀਡੀਆ ਤੇ ਘੁੰਮ ਰਹੀ ਆ। ਸਾਡੇ ਚੈਨਲ ਤੇ ਵੀ ਵੀਡੀਓ ਇਹਨਾਂ ਦੀ ਪਾਈ ਹੋਈ ਆ ਉਹ, ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਹੜੇ ਬਿੱਲ ਨੇ ਇਹ ਕਿਸਾਨਾਂ ਦੇ ਹੱਕ ਦੇ ਨੇ, ਤਾਂ ਬਹੁਤ ਵਧੀਆ ਬਿੱਲ ਨੇ। ਸਭ ਨੇ ਉਹ ਵੀਡੀਓ ਦੇਖੀ ਆ, ਸੁਣੀ ਆ, ਉਹ ਇਹੀ ਬੋਲਦੇ ਨੇ। ਦੱਸੋ ਹੁਣ ਕਹਿੰਦੇ ਜੀ ਸਾਨੂੰ ਪ੍ਰੂਫ ਦਿਖਾਓ। ਐਡੇ ਗਿਰੇ ਹੋਏ, ਗਰਕੇ ਹੋਏ ਲੋਕ ਨੇ। ਹਰਿਮੰਦਰ ਸਾਹਿਬ ਖੜ ਕੇ ਐਡਾ ਵੱਡਾ ਝੂਠ ਬੋਲਦੇ ਨੇ ਕਿਉਂਕਿ ਝੂਠ ਬੋਲਣਾ ਇਹਨਾਂ ਦੀ ਕੋਈ ਬਹੁਤ ਵੱਡੀ ਗੱਲ ਨਹੀਂ। ਹਰਿਮੰਦਰ ਸਾਹਿਬ ਗੁਰੂ ਦੀ ਗੋਲਕ ਲੁੱਟ ਕੇ ਆਪਣੇ ਗੰਦੇ ਖੂਨ ਨੂੰ ਖਵਾ ਰਹੇ ਨੇ, ਆਪਣੇ ਗੰਦੇ ਹਮਾਇਤੀਆਂ ਨੂੰ ਖਵਾ ਰਹੇ ਨੇ। ਜਿਹੜੇ ਇਹਨਾਂ ਦੀ ਹਮਾਇਤ ਕਰਦੇ ਨੇ ਉਹਨਾਂ ਨੂੰ ਵੀ ਉਹ ਚੜਾਵੇ ਵਿੱਚੋਂ ਪੈਸਾ ਭੇਜਦੇ ਨੇ ਲਈ ਤੁਸੀਂ ਸਾਡੀ ਪਾਰਟੀ ਨਾਲ ਰਲੇ ਰਹੋ, ਸਾਡੀ ਚੋਰਾਂ ਦੀ ਪਾਰਟੀ 'ਚ ਰੌਲੋ, ਤੁਸੀਂ ਸਾਨੂੰ ਅਸੀਂ ਹਰਿਮੰਦਰ ਸਾਹਿਬ ਦਾ ਗੱਲਾ ਲੁੱਟ ਕੇ, ਗੁਰੂ ਦੀ ਗੋਲਕ ਲੁੱਟ ਕੇ ਤੁਹਾਨੂੰ ਵੀ ਦੇਵਾਂਗੇ। ਇਸ ਤਰ੍ਹਾਂ ਦੇ ਚੋਰ ਗਿਰੇ ਹੋਏ ਬੰਦੇ ਨੇ। ਇਹਨਾਂ ਨੂੰ ਕੋਈ ਨਾ ਇਹਨਾਂ ਦਾ ਦੀਨ ਆ, ਨਾ ਇਹਨਾਂ ਦਾ ਅਮਾਨ ਆ, ਨਾ ਇਹਨਾਂ ਦਾ ਕੋਈ ਧਰਮ ਆ। ਇਸ ਤਰ੍ਹਾਂ ਦੇ ਗਰਕੇ ਹੋਏ ਲੋਕ ਨੇ। ਅੱਜ ਇਦਾਂ ਦੀਆਂ ਗੱਲਾਂ ਸਾਹਮਣੇ ਆਈਆਂ ਨੇ। ਦੱਸੋ ਸਭ ਨੇ ਸੁਣੀਆਂ ਹੋਣਗੀਆਂ ਅਲੱਗ ਚੈਨਲਾਂ ਦੇ ਉੱਤੇ। ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਨੇ, ਮੁੱਕਰ ਜਾਂਦੇ ਨੇ, ਖੜੇ ਹੀ ਮੁੱਕਰ ਜਾਂਦੇ ਨੇ। ਏਡੇ ਕੁੱਤੇ ਲੋਕ ਨੇ ਇਹ। ਹੁਣ ਇਹਨਾਂ ਨੇ 2021-2022 ਦੇ ਵਿੱਚ ਚੋਰਾਂ ਦੀ ਭਰਤੀ ਕਰਨ ਲੱਗੇ ਨੇ ਵੀ ਜਿਹੜੇ ਬੰਦੇ ਚੋਰ ਨੇ, ਜਿਨ੍ਹਾਂ ਨੇ ਆਪਣੀ ਜ਼ਮੀਰ ਵੇਚਤੀ ਆ ਜਾਂ ਇਰਾਦਾ ਆਪਣੀ ਜ਼ਮੀਰ ਵੇਚ ਕੇ ਚੋਰੀ ਕਰਨ ਦਾ, ਉਹ ਇਹਨਾਂ ਦੀ ਪਾਰਟੀ ਵਿੱਚ ਭਰਤੀ ਹੋ ਜਾਣ। ਇਹਨਾਂ ਨੇ ਅੱਜ ਬੈਨਰ ਲੈ ਕੇ ਖੜੇ ਨੇ ਕਿ 2021 ਤੇ 2022 ਦੇ ਵਿੱਚ ਤੁਸੀਂ ਸਾਡੇ ਨਾਲ ਰਲ ਸਕਦੇ ਹੋ, ਸਾਡੀ ਚੋਰਾਂ ਦੀ ਪਾਰਟੀ 'ਚ ਰਲ ਸਕਦੇ ਹੋ, ਆਪਣੀ ਜ਼ਮੀਰ ਵੇਚ ਕੇ ਸਾਡੇ ਨਾਲ ਰਲ ਜਾਓ, ਸਾਡੇ ਵਰਗੇ ਚੋਰ ਤੁਸੀਂ ਬਣ ਜਾਓ। ਅਸੀਂ ਗੁਰੂ ਘਰ ਦੀ ਗੋਲਕ ਲੁੱਟੀ ਆ, ਤੁਸੀਂ ਵੀ ਸਾਡੇ ਨਾਲ ਰਲ ਕੇ ਗੁਰੂ ਘਰ ਦੀ ਗੋਲਕ ਲੁੱਟੋ। ਅਸੀਂ ਵੀ ਪੰਜਾਬ ਦੀਆਂ ਸੜਕਾਂ ਗਿਰਵੀਂ ਰੱਖੀਆਂ ਨੇ, ਪੰਜਾਬ ਦੇ ਵਿੱਚ ਡਰੱਗ, ਸਨਮੈਕ, ਸਭ ਚਿੱਟਾ, ਸਭ ਕੁਝ ਵੇਚਣ ਲਾਇਆ। ਪੰਜਾਬ ਦੇ ਜਿਹੜੇ ਸਕੂਲ ਸੀਗੇ ਉਹ ਸਕੂਲਾਂ ਦਾ ਸਤਿਆਨਾਸ਼ ਕਰਤਾ। ਜਿਹੜੇ ਸਰਕਾਰੀ ਸਕੂਲ ਸੀ ਉਹ ਸਾਰੇ ਖਤਮ ਕਰਤੇ, ਪ੍ਰਾਈਵੇਟ ਸਕੂਲ ਕਾਲਜ ਖੋਲ ਦਿੱਤੇ, ਪੰਜਾਬੀ ਖਤਮ ਕਰਤੀ, ਪੰਜਾਬ ਨੂੰ ਹਰ ਪਾਸਿਓਂ ਖਤਮ ਕੀਤਾ ਇਹਨਾਂ ਲੋਕਾਂ ਨੇ। ਹੁਣ ਪੰਜਾਬ ਦਾ ਹੋਰ ਬੇੜਾ ਗਰਕ ਕਰਨ ਦੇ ਲਈ ਤੁਸੀਂ ਇਹ ਚੋਰਾਂ ਦੀ ਪਾਰਟੀ ਨਾਲ ਚੋਰਾਂ ਦੇ ਵਿੱਚ ਦਾਖਲਾ ਲੈ ਸਕਦੇ ਹੋ ਕਿਉਂਕਿ ਇਹ ਹੁਣ ਫੱਟੀ ਲੈ ਕੇ ਸੜਕਾਂ ਤੇ ਖੜੇ ਨੇ। ਇਹਨਾਂ ਦੇ ਜਿਹੜੇ ਚੋਰ ਭਾਈਵਾਲ ਹੋਰ ਵੀ ਚੋਰ ਨੇ, ਇੱਧਰ ਉੱਧਰ ਟੋਲੇ ਚੋਰਾਂ ਦੇ ਰਲੇ ਹੋਏ ਨੇ। ਚੋਰ ਵੀ ਹੁਣ ਕਹਿੰਦੇ ਨੇ ਜੀ ਇਹ ਬਾਦਲ ਬੜਾ ਦੋਤਾ ਧੋਤਾ ਹੋਇਆ ਆਦਮੀ ਆ, ਇਹ ਬਿਲਕੁਲ ਝੂਠ ਨਹੀਂ ਬੋਲਦਾ, ਬਿਲਕੁਲ ਸੱਚਾ। ਉਹ ਸਾਰੇ ਹਮਾਇਤੀਆਂ ਨੂੰ ਅਸੀਂ ਪੁੱਛਦੇ ਹਾਂ ਕਿ ਤੁਹਾਡਾ ਬਾਦਲ ਤੁਸੀਂ ਸੁਣ ਰਹੇ ਹੋ, ਤੁਹਾਡੇ ਸਾਹਮਣੇ ਵੀ ਵੀਡੀਓ ਆਉਂਦੀਆਂ ਨੇ,
ਤੁਸੀਂ ਉਹ ਵੀਡੀਓ ਤੇ ਯਕੀਨ ਕਰਦੇ ਹੋ ਜਾਂ ਇਹ ਹੁਣ ਬੋਲਦਾ ਇਹ ਤੇ ਯਕੀਨ ਕਰਦੇ ਹੋ? ਕਿਉਂਕਿ ਤੁਸੀਂ ਤਾਂ ਆਪ ਚੋਰ ਹੋ। ਤੁਸੀਂ ਤਾਂ ਸਾਰੀਆਂ ਇਹਦੀਆਂ ਚੋਰੀਆਂ ਕੀਤੀਆਂ ਹੋਈਆਂ, ਡਕੈਤੀਆਂ, ਕਤਲ ਕੀਤਿਆਂ ਤੇ ਪਾਣੀ ਫੇਰੋਗੇ। ਹੁਣ ਜੰਗੀਰੋਂ ਨੂੰ ਲਿਆ ਕੇ ਜੇਲ੍ਹ ਦੇ ਵਿੱਚੋਂ ਗੁਰਦੁਆਰੇ 'ਚ ਬਿਠਾਤਾ, ਉਹ ਵੀ ਕਹੋਗੇ ਜੀ ਬੜਾ ਚੰਗਾ ਕੀਤਾ, ਜੰਗੀਰੋਂ ਬੜੀ ਚੰਗੀ ਆ। ਕਿਉਂਕਿ ਜਿਹੜੇ ਬੁਰੇ ਲੋਕ ਹੁੰਦੇ ਨੇ ਉਹ ਬੁਰੇ ਲੋਕਾਂ ਦੇ ਹੀ ਹਾਮੀ ਹੁੰਦੇ ਨੇ। ਇੱਥੇ ਸਭ ਪਤਾ ਲੱਗ ਜਾਂਦਾ ਕਿ ਕਿਹੜਾ ਚੰਗਾ ਕਿ ਕਿਹੜਾ ਬੁਰਾ। ਜਿਹੜਾ ਚੰਗਾ ਆਦਮੀ ਆ, ਜਿਹੜਾ ਇਨਸਾਨੀਅਤ ਦੇ ਹੱਕ ਦਾ, ਉਹ ਇਸ ਤਰ੍ਹਾਂ ਦੇ ਕੁੱਤੇ, ਚੋਰਾਂ, ਡਕੈਤਾਂ ਦੇ ਨਾਲ ਨਹੀਂ ਰਲਦਾ, ਕਿਉਂਕਿ ਉਹ ਪ੍ਰਮਾਤਮਾ ਤੋਂ ਡਰਦਾ, ਉਹ ਇਨਸਾਨੀਅਤ ਦਾ ਹਾਮੀ ਹੈ। ਇਹ ਜਿਹੇ ਚੋਰਾਂ ਬੰਦਿਆਂ ਦੇ ਨਾਲ ਨਹੀਂ ਤੁਰਦਾ। ਇਹਨਾਂ ਚੋਰਾਂ ਨਾਲ ਉਹੀ ਤੁਰੇਗਾ ਜੋ ਖੁਦ ਚੋਰ ਹੋਏਗਾ। ਹੋਰ ਅੱਜ ਨਵੇਂ ਸਾਲ ਤੇ ਪੰਜਾਬ ਦੇ ਵਿੱਚੋਂ ਤੇ ਦਿੱਲੀ ਧਰਨਿਆਂ ਦੇ ਵਿੱਚੋਂ ਤੇ ਹੋਰ ਦੇਸ਼ ਪ੍ਰਦੇਸ਼ ਦੀਆਂ ਕਿਹੜੀਆਂ ਖਬਰਾਂ ਨੇ, ਹੁਣ ਆਪਾਂ ਉਹ ਦੇਖਦੇ ਹਾਂ। ਆਓ ਦੇਖੀਏ। ਅੱਜ ਜਿਹੜਾ ਸ਼ਹਿਰ ਦੇ ਵਿੱਚ ਅਸੀਂ ਰੋਸ ਮਾਰਚ ਕਰਕੇ ਮਤਲਬ ਵੀ ਮੋਦੀ ਦਾ ਪੁਤਲਾ ਮਤਲਬ ਵੀ ਰੋਸ ਮਾਰਚ ਕਰਕੇ ਸ਼ਹਿਰ ਦੇ ਵਿੱਚ ਤੇ ਮੋਦੀ ਦਾ ਪੁਤਲਾ ਫੂਕਿਆ ਤਾਂ ਕਿ ਜਿਹੜਾ ਆਉਣ ਵਾਲੇ ਜਿਹੜੇ ਮਤਲਬ ਘੋਲ ਜਿਹੜਾ ਇਹਨਾਂ ਨੂੰ ਹੋਰ ਤਿੱਖਾ ਕਰ ਕੀਤਾ ਜਾਵੇ ਤੇ ਪਿੰਡਾਂ ਦੇ ਵਿੱਚ ਲਾਮਬੰਦੀ ਕੀਤੀ ਜਾ ਰਹੀ ਹੈ ਕਿ ਜਿਹੜਾ ਦਿੱਲੀ ਦੇ ਵਿੱਚ ਸੰਘਰਸ਼ ਚੱਲ ਰਿਹਾ ਉਹਦੇ ਵਾਸਤੇ ਹੋਰ ਜਿਹੜੀ ਆ ਉਹਨੂੰ ਮਤਲਬ ਘੇਰਾਬੰਦੀ ਕਰਨ ਦੇ ਲਈ ਪਿੰਡਾਂ ਦੇ ਵਿੱਚ ਲਾਮਬੰਦੀ ਕਰਕੇ 20 ਜਨਵਰੀ ਨੂੰ ਇੱਥੋਂ ਇੱਕ ਹੋਰ ਵੱਡਾ ਕਾਫਲਾ ਜਿਹੜਾ ਗੁਰਦਾਸਪੁਰ ਤੋਂ ਜਿਹੜਾ ਉਹ ਰਵਾਨਾ ਕਰ ਰਹੇ ਆ। ਸੋ ਇਹ ਸੰਘਰਸ਼ ਸਾਡਾ ਉਨੀ ਦੇਰ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਕਿਸਾਨਾਂ ਨੂੰ ਆਪਣਾ ਜਿਹੜਾ ਹੱਕ ਜਿਹੜਾ ਉਹ ਨਹੀਂ ਮਿਲਦਾ ਕਿ ਆਪਣੀਆਂ ਫਸਲਾਂ ਦੇ ਰੇਟ ਖੇਤੀ ਕਿੱਤੇ ਨੂੰ ਲਾਹੇਵੰਦਾ ਬਣਾਉਣ ਦੇ ਲਈ ਜਿਹੜਾ ਇਹਨਾਂ ਨੂੰ ਆਰਥਿਕ ਜਿਹੜੀ ਗੁਲਾਮੀ ਆ ਉਹਦੇ ਤੋਂ ਆਜ਼ਾਦੀ ਨਹੀਂ ਮਿਲ ਜਾਂਦੀ, ਉਨੀ ਦੇਰ ਤੱਕ ਇਹ ਸਾਡਾ ਸੰਘਰਸ਼ ਜਿਹੜਾ ਲਗਾਤਾਰ ਜਾਰੀ ਰਹੂਗਾ। 26 ਜਨਵਰੀ ਨੂੰ ਜਿਹੜਾ ਜਥੇਬੰਦੀਆਂ ਨੇ ਜੋ ਮਤਲਬ ਵੀ ਇੱਕ ਇਸ ਵੇਲੇ ਜੋ ਚੌਕਤਾ ਤਿਆਰ ਕੀਤਾ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ਦੇ ਉੱਤੇ ਅਸੀਂ ਜਿਹੜਾ ਤਿਰੰਗਾ ਝੰਡਾ ਜਿਹੜਾ ਲਹਿਰਾਵਾਂਗੇ ਔਰ ਉੱਥੇ ਟਰੈਕਟਰ ਮਾਰਚ ਜਿਹੜਾ ਟਰੈਕਟਰਾਂ ਦੇ ਨਾਲ ਉਹ ਦਿੱਲੀ ਨੂੰ ਜਿਹੜਾ ਲਾਲ ਕਿਲ੍ਹੇ ਨੂੰ ਘੇਰਿਆ ਜਾਵੇਗਾ। ਇਹ ਅਗਲੀ ਰਣਨੀਤੀ ਆ ਮਤਲਬ ਜਥੇਬੰਦੀਆਂ ਦੀ। ਜੋ ਵੀ ਸਾਂਝਾ ਮਤਲਬ ਮੰਚ ਜਿਹੜਾ ਉਹ ਫੈਸਲਾ ਕਰੇਗਾ ਉਹਨੂੰ ਹੂਬਹੂ ਲਾਗੂ ਕੀਤਾ ਜਾਵੇਗਾ। ਅੱਜ ਅਸੀਂ ਮੋਦੀ, ਅੰਬਾਨੀ, ਅਡਾਨੀ ਅਤੇ ਸਨੀ ਦਿਓਲ ਦਾ ਇਹ ਪੁਤਲਾ ਫੂਕਿਆ ਵਾ। ਇਹਨਾਂ ਖਿਲਾਫ ਸਰਕਾਰ ਖਿਲਾਫ ਆਪਣੀ ਭੜਾਸ ਕੱਢੀ ਹੈ, ਨਾਅਰੇਬਾਜ਼ੀ ਕੀਤੀ ਹੈ। ਇਹ ਅਸੀਂ ਕਿਸੇ ਦੇ ਪ੍ਰੇਰਿਤ ਨਹੀਂ ਕਰ ਰਹੇ, ਅਸੀਂ ਆਪਣੇ ਦਿਲੋਂ ਕਰ ਰਹੇ ਹਾਂ, ਸਰਕਾਰ ਤੋਂ ਅੱਕੇ ਹੋਏ ਕਰ ਰਹੇ ਹਾਂ। ਤੇ ਜਿੰਨਾ ਚਿਰ ਇਹ ਸਰਕਾਰ ਆਪਣਾ ਵਰਤੀਰਾ ਵਾਪਸ ਨਹੀਂ ਲੈਂਦੀ, ਆਪਣੇ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ, ਰੱਦ ਨਹੀਂ ਕਰਦੀ, ਉਹਨਾਂ ਚਿਰ ਇਹ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾ ਜੀ। ਇਹ ਸਰਕਾਰਾਂ ਸਿਰਫ ਸਾਡੇ ਨਾਲ ਗੇਮ ਹੀ ਖੇਡਣ ਡੀਆਂ ਨੇ, ਕੋਈ ਵਾਪਸ ਟਾਈਮ ਪਾਸ ਕਰਨ ਡੀਆਂ ਨੇ। ਟਾਈਮ ਜੇ ਸਰਕਾਰਾਂ ਪਾਸ ਕਰਨੇ, ਸਰਕਾਰਾਂ ਦੇ ਮਨ 'ਚ ਇਹ ਆ ਵੀ ਇਹ ਅੱਕ ਕੇ ਥੱਕ ਕੇ ਇੱਥੋਂ ਆਪਣੇ ਘਰਾਂ ਨੂੰ ਮੁੜ ਜਾਣਗੇ। जो कार्यक्रम तय हुए हैं 4 तारीख को हमारी वार्ता है। अगर उस वार्ता में परिणाम संतोषजनक नहीं निकलते हैं तो 6 तारीख को केएमपी पे मार्च का जो प्रोग्राम हमने पहले 31 तारीख के लिए अनाउंस किया था, लेकिन 30 तारीख को सरकार कम से कम नाखून कटवाने पे तैयार हो गई थी, इसलिए हमने उसको पोस्टपोन कर दिया था। वो प्रोग्राम 6 तारीख को किया जाएगा केएमपी पे मार्च का। नंबर 2, शाहजहांपुर बॉर्डर, जहां हम पिछले 20 दिन से बैठे हुए हैं, अगले हफ्ते में कोई डेट अनाउंस करके अगर हमें प्रोग्रेस दिखाई नहीं देती तो हम अगले हफ्ते में कोई डेट अनाउंस करके शाहजहांपुर बॉर्डर में भी आगे की तरफ बढ़ेंगे। नंबर 3, 6 तारीख से लेके 19 तारीख तक जो 2 हफ्ते हैं, 20 तक, 6 तारीख से 20 तारीख तक 2 हफ्ते में पूरे देश में देश जागृति अभियान चलेगा। देश के कोने कोने में रैली, धरने, प्रदर्शन, प्रेस कॉन्फ्रेंस सब ऑर्गेनाइज की जाएंगी ताकि सरकार के इस झूठे प्रोपेगेंडा का जवाब दिया जा सके। वो है अडानी अंबानी के कॉरपोरेट के गुड्स और सर्विसेज का बाइकआउट, वो लगातार जारी है। अडानी के फॉर्चून प्रोडक्ट्स और दूसरा अंबानी के जियो सिम इंपोर्ट करना, उसके पेट्रोल पंप्स, उसकी मॉल्स है जो उनका बाइकआउट करना, ये प्रोग्राम जो है ऑलरेडी हमने दिए हुए हैं। इसके साथ ही एनडीए और उसके पार्टनर, बीजेपी उसके पार्टनर जो है एनडीए में, उन पार्टनर्स को, उनके इलेक्टेड एमएलएज, एमपी, मिनिस्टर्स को, लीडर्स के खिलाफ पूरे देश में अभियान चलाना ताकि वो जो जिन्होंने ये कानून पास किए हैं वो इस गवर्नमेंट को छोड़कर वापस आए, किसानों की सपोर्ट में आए। ये
तीसरा है कि हरियाणा पंजाब में टोल प्लाजा जो है खुला है, वो खुले रहेंगे। 37वां दिन है हमारे इस आंदोलन को, और जिस प्रकार का आज तक का सरकार का रवैया रहा वो बहुत ही निराशाजनक है। और ऐसा लगता सरकार किसान को बहुत हल्के में ले रही है। जिस तरह से सोच रही है कि ये 37 दिन से जिस तरह से बैठे हुए हैं, इसी तरह से बैठ के इसको भी अगर शाहीन बाग बनाना चाह रही है तो वो उसकी गलत फहमी है। शाहीन बाग को उनकी पुलिस ने उठा दिया था, और वो एक समय पे, और वो सोच रहे थे कि जिस दिन चाहेंगे इनको भी उठा देंगे। नौबत नहीं आएगी। हमारा किसान एक्शन के लिए तैयार बैठा है। मैं चेतावनी देता हूं सरकार को, जिस तरह का रवैया अपना है, वो जो 2 बातें उन्होंने की, वो विषय जो है वो हमारे ही थे, मांग हमारी थी, लेकिन हम 1 और 2 जो मांग है हमारी, उस पे हम बिल्कुल अडिग हैं और कोई भी समझौता उन पे करेंगे नहीं। जैसा योगेंद्र जी ने बताया, एमएसपी पे वो जो किंतु परंतु कर रहे थे और 3 बिलों को कह रहे थे पेंडिंग डाल के चले। पहली प्राथमिकता हमारी वो तीनों कानून और एमएसपी है। सरकार 4 तारीख को अगर सकारात्मक रूप पे नहीं आती और निराकरण नहीं करती है तो निश्चित तौर पे किसानों को भी कड़े फैसले लेने पड़ेंगे, उसकी जिम्मेवार सरकार होगी। सभी मीडिया वाले भाइयों को नमस्कार। साथियों, जैसे सरकार बार बार प्रदर्शित कर रही है कि हम एमएसपी तो दे रहे हैं, एमएसपी तो देंगे ही, लिखवा लो। अब इस बात पे जो है डिस्कस चली थी पिछली मीटिंग में, और जो बात ऊपर के सामने आई है वो उन्होंने ये माना है कि हम इसको नहीं दे सकते, कमेटी बना सकते हैं, इसके लिए कमेटी बना सकते हैं, जो हमने उसको इनकार कर दिया है। लेकिन जो देश के सामने वो नक्शा पेश कर रहे हैं गुमराह करने के लिए, वो बात पिछली मीटिंग में स्पष्ट हो गई है। सरकार की तरफ से जो कहा गया है वो एमएसपी पे सहमति वो नहीं दे रहे हैं। हम उससे गारंटी का कानून मांगते हैं कि हमारी जितनी देश में पैदा हुई क्या वो सारी खरीद देंगे, लेकिन वो जो कह रहे जितनी पहले खरीद रहे हैं 6 से 8%, बस वही पे तैयार हैं, उसके आगे वो नहीं बढ़ रहे हैं, जबकि ये हमारा अधिकार है। इसमें तो कानून बनाने वाला जो है वो मैटर कुछ मैंने ही नहीं रखता, बना ही देना चाहिए, क्योंकि न्यूनतम भाव है, न्यूनतम, कम से कम, और वो कम से कम हमें नहीं मिल रहा। और पिछले 15 साल का जो आंकड़ा है वो ये बता रहा है कि पिछले 15 साल में हमें न्यूनतम से 45 लाख करोड़ कम मिला। न्यूनतम जितना मिलना चाहिए था उससे भी 45 लाख करोड़ कम मिला, यानी 3 लाख करोड़ की हमारी एवरेज आ रही है। आज के टाइम में तो ज्यादा ही बढ़ गई होगी ना वो। तो इतना पैसा हमारा जो हमारी जेब में जाना चाहिए वो हमारा पर साल लुटता जा रहा है। इतना टोटा हमें हर साल पड़ रहा है, ये मानिए उसका। और जो हमें घाटा पड़ रहा है जो उनके कानून के मुताबिक आना चाहिए वो भी नहीं दे रहे। यानी हमारे कहने का मतलब ये है कि हम अपना अधिकार मांग रहे हैं, और सरकार ऐसा मीडिया के जरिए या अपने प्रचार के जरिए ऐसा दिखा रही है जैसा किसान देश को लूटने की बात कर रहा है। अपनी मांगों पे ये आगे जो है ये झुक नहीं रहे हैं, ये बात नहीं कर रहे हैं, ये अकड़े हुए हैं, ऐसा प्रचारित कर रही है। लेकिन जब मेज पे बात आती है तो मेज पे बात पे उनके कहने के लिए कुछ भी नहीं है। और जो आंकड़े दिखा रहे हैं देश के, वो ये दिखा रहे हैं कि एमएसपी ना मिलने की वजह से हम आज भी 3 लाख करोड़ से ज्यादा पर साल घाटे में जा रहे हैं। और अगर ये पैसा हमें मिले या पिछले 15 सालों में 45 लाख करोड़ और मिलता, तो शायद पिछले 20 साल में जो 3.5-4 लाख करोड़ मर गए हैं, आत्महत्या कर ली है, शायद वो ना करनी पड़ती। तो सरकार कह रही है हमारे खजाने में, जी इतना खजाना कहां से लाएंगे। एक साल जो कर्मचारियों की तनख्वाह है, जो 7वां वेतन आयोग है, उससे जो स्टेट के और सेंटर के जो कर्मचारी हैं उनकी तनख्वाह जितनी बड़ी है, एक साल में जितनी बड़ी है, वो 4 लाख करोड़ है।
और कर्मचारी केवल 3% है देश की आबादी का, और किसान 65% है देश की आबादी का। और आज जो पूंजीपति मार रहे हैं वो 15 लाख करोड़ हो चुका है देश का। तो मेरे कहने का मतलब ये है कि हम जो मांग रहे हैं हम अपना अधिकार मांग रहे हैं, और सरकार उसको भी देने के लिए तैयार नहीं है। और उसके लिए जो जब तक वो नहीं मानेंगे जो फैसला हुआ है वो तब तक आंदोलन जारी रहेगा और आगे उसको बढ़ाते जाएंगे, जैसा हमारे पहले भाई बता चुके हैं। थैंक यू। धन्यवाद। पत्रकार साथियों, आप सभी सम्मानित बैठे हैं। जैसा कि अभी भाई गुरनाम जी ने बताया, मैं उत्तर प्रदेश उत्तराखंड से आता हूं कि पंजाब के अंदर जरूर प्रोक्योरमेंट है, जो 6% आपने बताई है एमएसपी। सबसे बड़ा मुद्दा आज इस देश के अंदर है, प्रधानमंत्री इतना बड़ा झूठ बोलते हैं कि हम फसल का एमएसपी फसल बोने से पहले घोषित कर देते हैं, जैसे कि इससे पहले कभी एमएसपी घोषित ही नहीं होती थी। जब से भाजपा आई है तब से एमएसपी घोषित हो रही हो, ये तो वर्षों से होता आया। लेकिन आज आप पत्रकार साथी हैं, आप जानकारी ले सकते हैं कि उत्तर प्रदेश के अंदर 900 रुपए से लेके 1100 रुपए धान बिक रहा है उत्तराखंड उत्तर प्रदेश के अंदर। और जो थोड़ा बहुत टूटा फूटा सरकारी बिका है, आज 2.5 महीने हो गए, अभी तक उसका पैसा नहीं मिला है किसान को। ये स्थिति जो तोमर जी कहते हैं कि हम एमएसपी देने के लिए तैयार हैं, उस एमएसपी का हालत ये उत्तर प्रदेश उत्तराखंड के अंदर है। तो एमएसपी बड़ा सवाल है आज देश के किसान के सामने। और जो दूसरा, लगातार सरकार ये दावा करती रही कि एक प्रांत के एक वर्ग विशेष के लोग हैं। आप पत्रकार साथी यहां पर हैं, आप गाजीपुर आकर देखिए कि उस सरकार के दावे को खारिज अगर किसी ने किया है तो गाजीपुर के मोर्चे ने किया है। वहां हम पूरा पश्चिमी उत्तर प्रदेश और उत्तराखंड के सभी समाज, सभी वर्ग वहां पर बैठकर हजारों की संख्या में आज वहां पर मोबिलाइजेशन है, बड़ी संख्या में डटे हुए हैं। और उत्तर प्रदेश के तमाम जो बाकी रेस्ट यूपी था, पश्चिमी उत्तर प्रदेश और उत्तराखंड के अलावा, वहां से भी लोग आने वाले दिनों में जुट रहे हैं। और ये प्रदर्शन व्यापक, जिस तरह से आज मोर्चे के अंदर जो विचार हुए हैं कि 6 तारीख से लेके 20 तारीख तक जो 2 पखवाड़े हैं, उस भी अंदर जो है तमाम कार्यक्रम हमारे जो जिलों पे होंगे, तहसीलों पे होंगे, जिस तरह से भी होंगे, जो भी हो पाएंगे वो सब पूरे तरह से। अब ये आंदोलन जो है, ये आंदोलन पूरा व्यापक है, व्यापक विचार होना चाहिए, व्यापक इस पे चर्चा होनी चाहिए, और पूरे देश का आंदोलन अब धीरे धीरे ये तेज हो रहा है, ये हमारा कहना है। मैं जगमोहन सिंह, बीकेडी पंजाब। सारे पत्रकारों का धन्यवाद। यानी मैं जोगिंदर जी ने जो बात बोला उसका अर्थ ये था कि हाथी अजे बाकी है, पूछ आई है, पर ਤੁਹਾਡੇ ਚ ਰਹੀਏ, यानी कि पंजाबी च कहते जरा ਤੁਹਾਡੇ ਰਾਹੀਂ मैं ये गल सरकार तक पहुंचती करना चाहना कि पूछ अज 48 घंटे हो गए साडी गलबात खत्म हुई इस वेले सरकार नाल, अजे तक पूछ साडे को पछाणी नहीं जा रही कि वो हाथी दी आ, गधे दी आ, किहदी आ। क्योंकि ਜਿਹੜਾ ਪ੍ਰਸਤਾਵ ਬਿਜਲੀ ਬਿੱਲ ਆ ਸਾਮ ਲਕਾਈ ਨਾਲ ਸੰਬੰਧਿਤ ਆ, ਇਹ ਕਿਸਾਨ ਸੰਘਰਸ਼ ਨਹੀਂ ਰਿਹਾ, ਆਮ ਲੋਕਾਂ ਦਾ ਰਿਹਾ। ਉਹਨੂੰ ਪੂਰਾ ਵਾਪਸ ਜਾਂ ਟੋਟਲ ਖਤਮ, ਉਹ ਪ੍ਰਪੋਜ਼ਡ ਬਿੱਲ ਨੂੰ ਅਸੀਂ ਰੱਦ ਕਰਦੇ ਆ। ਇਹ ਗੱਲ ਤੋਮਰ ਜੀ ਨੇ ਨਹੀਂ ਬੋਲੀ ਔਰ ਸਾਨੂੰ ਪਤਾ ਲੱਗ ਚੁੱਕਾ ਹੈ। ਸਿਰਫ ਉਹਦੇ 'ਚ ਕੋਈ ਸਬਸਿਡੀ ਵਾਲੀ ਗੱਲ ਜੀ, ਵੀ ਜਿੱਥੇ ਕਿਤੇ ਸਬਸਿਡੀ ਹੋਊਗੀ ਉੱਥੇ ਸਟੇਟ ਜਾਰੀ ਕਰਨਗੇ। ਇਹ ਬਹੁਤ ਉਹਦੀ ਨੀਤ ਤੇ ਨੀਤੀ ਦੇ ਵਿੱਚ ਬਹੁਤ ਵੱਡਾ ਨੁਕਸ ਆ। ਤੁਹਾਡੇ ਰਾਹੀਂ ਕਹਿੰਦਾ ਛੇਤੀ ਤੋਂ ਛੇਤੀ ਸਾਨੂੰ ਰਿਟਰਨ ਭੇਜਣ और वे प्रैस च गल लैके आउण भी असीं वो प्रस्ताव बिल बिल्कुल रद्द कर दिया। दूजी जिहड़ी गल उहदे नाल जिहड़ी अपनी हैगी आ प्रस्ताव बिल तो बाद जिहड़ी दूजी गल उन्होंने ने कीती है खेती खेतर वाली, वो भी स्पष्ट जिहड़ा पोल्यूशन वाले मामले दे विच वो भी क्लीयर कट करना चाहिए। किसानी खेती खेतर नाल संबंधित धंधे सारी किसानी नूं किसी भी तरह की पोल्यूशन वाले मामले कोई सज़ा नहीं होगी। ये भी क्लीयर कट उन्हां नूं एक रिटर्न अखबार च देन और सानू पे, अदरवाइज उसका जी एक पूछ है वो भी असी पछाण लेंगे। धन्यवाद। मैं विकास ईसर, भारतीय किसान संघ समिति का प्रदेश अध्यक्ष, आप सबको नए साल की शुभकामनाएं देता हूं। और आज की जो बैठक हुई, नए साल के ऊपर नए जोश से आंदोलन को चलाने के निर्णय हुए। विशेषकर यह हरियाणा संयुक्त किसान मोर्चा की भी बैठक हुई, उसमें कुछ निर्णय लिए गए। एक निर्णय तो ये लिया गया, जितने भी टोल प्लाजा हैं फ्री कर रखे हैं वो लगातार चलते रहेंगे, अगर कोई बाकी है तो उसको भी बंद कराने का काम किया जाएगा।
दूसरा निर्णय ये लिया गया कि हरियाणा के अंदर जितने भी मॉल हैं, पेट्रोल पंप हैं, पेट्रोल पंप जो निजी डीलर हैं उनको छोड़ करके सारे मॉल और पेट्रोल पंपों को बंद कराया जाएगा। और इसके अलावा जो हरियाणा के अंदर बीजेपी और जेजेपी के जितने भी विधायक हैं, उप मुख्यमंत्री है, मुख्यमंत्री है, उनका लगातार गांव के अंदर, शहर के अंदर विरोध किया जाएगा और किया जा रहा है। और जब तक विरोध जारी रहेगा, जब तक कि हरियाणा की या गठबंधन की सरकार गिर नहीं जाती। और इसके अलावा जो शाहजहांपुर की जो घटना हुई है, शाहजहांपुर बॉर्डर के ऊपर हरियाणा से प्रयास किया जाएगा कि ज्यादा से ज्यादा संख्या शाहजहांपुर के ऊपर, बॉर्डर के ऊपर भेजी जाए, ताकि ये आंदोलन और मजबूती से लड़ा जाए। और सरकार से जो बातचीत हुई है उसके ऊपर मैं ये कहना चाहूंगा, केवल 5% ही बातचीत हुई है। सरकार दोनों जो मुख्य मांगे हैं उनको जब तक पूरी नहीं करेगी, तब तक ये आंदोलन बड़े जोश के साथ लड़ा जाएगा। और हरियाणा के सभी संगठनों ने यह भी निर्णय लिया है कि जो भी संयुक्त मोर्चा यहां से आदेश करेगा, उसके आदेश के ऊपर शांति और संयम के साथ आंदोलन लड़ेगा। और आगे से हरियाणा के जितने संगठन हैं उनकी मीटिंग जो है, प्रेस कॉन्फ्रेंस भी टिकरी बॉर्डर के ऊपर नियमित रूप से करी जाएगी। आप सबका धन्यवाद। मैं सरकार को आपके माध्यम से बताना चाहता हूं, अकेली पूंछ लेकर नहीं जाएंगे, पूरा हाथी लेकर जाएंगे। तो हमारा जो हाथी है वो तीनों कृषि कानून है, इनको रद्द किए बिना कोई बात हल नहीं होने वाली और ना ये आंदोलन पीछे हटने वाला है। तो आपके माध्यम से मैं पंजाब सरकार को भी चेतावनी देना चाहता हूं कि ये मत समझे कि ये आंदोलन दिल्ली में चल रहा है। अगर हमारे जो साथी वहां पर हैं, उनके ट्रैक्टर दिल्ली आ गए जो वहां पर हैं, वो पूरे के पूरे पंजाब की जो विधानसभा है उसकी तरफ सीधा कर देंगे। हम उनको चेतावनी देना चाहते हैं कि गन्ने का रेट, क्योंकि सीजन चल रहा है, 1 महीने से क्रशिंग चालू है, अभी तक उन्होंने रेट तय नहीं किया गन्ने का। तो ये आपके माध्यम से मैं जोरदार कहना चाहता हूं कि पंजाब सरकार और नॉर्थ इंडिया में जो गन्ने का रेट है वो बढ़ना चाहिए, और वो भारत सरकार हो, पंजाब सरकार हो, उसको रेट गन्ने का बढ़ा कर देना चाहिए, और जो पीछे का बकाया वो तुरंत रिलीज करना चाहिए। धन्यवाद। ਜਿਹੜੇ ਟਰੱਕ ਐਸੋਸੀਏਸ਼ਨ ਦੇ ਉਹ ਨੇਗੇ ਟਰੱਕ ਗੱਡੀਆਂ ਲੈ ਕੇ ਜਾਂਦੇ ਨੇ, ਵੋਲਵੋ ਬੱਸ ਲੈ ਕੇ ਜਾਂਦੇ ਨੇ, ਉਹਨਾਂ ਦੀ ਫੋਟੋ ਵਾਇਰਲ ਹੋ ਰਹੀ ਹੈ ਕਿ ਕੇਂਦਰੀ ਮੰਤਰੀ ਨਾਲ ਇੱਕ ਕਿਸਾਨਾਂ ਨੇ ਫੋਟੋ ਖਿਚਵਾਈ ਹੈ। ਉਸ ਤੋਂ ਬਾਅਦ ਉਹਨਾਂ ਨੇ ਸਪਸ਼ਟੀਕਰਨ ਬਹੁਤ ਦਿੱਤਾ। ਅੱਜ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਕੋਈ ਵੀ ਜਥੇਬੰਦੀ ਨੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਕਿ ਮੇਰੇ ਨਾਲ ਨਹੀਂ ਖੜੀ, ਹਾਲਾਂਕਿ 8 ਤਰੀਕ ਨੂੰ ਉਹਨਾਂ ਨੇ ਪੂਰੇ ਭਾਰਤ ਦੇ ਵਿੱਚ ਟਰੱਕ ਬੰਦ ਕਰਨ ਦਾ ਸੱਦਾ ਦਿੱਤਾ। ਦੇਖੋ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ, ਸਾਨੂੰ ਉਹ ਪ੍ਰੋਵਾਈਡ ਕਰਦੇ ਸਨ ਬੱਸ ਸਰਵਿਸ, ਪਰ ਉਹਨਾਂ ਨੂੰ ਕੋਈ ਇਹ ਰਾਈਟ ਨਹੀਂ ਸੀ ਕਿ ਉਹ ਕੋਈ ਕਿਸਾਨ ਆਰਗੇਨਾਈਜੇਸ਼ਨ ਦੇ ਨੁਮਾਇੰਦੇ ਨਹੀਂ ਸਨ। ਅਸੀਂ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਦੇ ਦਿੰਦੇ ਹਾਂ। ਔਰ ਉਹਨਾਂ ਨੇ ਅੰਦਰ ਜਾ ਕੇ ਖਾਣੇ ਦੇ ਟਾਈਮ ਉਹਨਾਂ ਨਾਲ ਜੋ ਸੈਲਫੀ ਲਈ ਆ, ਸਾਡੇ ਆਈਟੀ ਸੈੱਲ ਨੇ ਵੀ, ਅਸੀਂ ਤੁਹਾਡੇ ਜਿਹੜੇ ਹੁਣ ਦੁਬਾਰਾ ਫਿਰ ਉਦੋਂ ਹੀ ਕੰਡੈਮ ਕਰਤਾ ਸੀ ਵੀ ਇਹ ਕੋਈ ਕਿਸਾਨ ਸੰਗਠਨ ਦਾ ਨੁਮਾਇੰਦਾ ਨਹੀਂਗਾ। ਔਰ ਅਸੀਂ ਇਹਦੇ ਤੇ ਵੀ ਸੋਚ ਰਹੇ ਹਾਂ ਵੀ ਜੇ ਇਸ ਤਰ੍ਹਾਂ ਦਾ ਕੋਈ ਵੀ ਵਿਅਕਤੀ ਆ, ਭਾਵੇਂ ਕਿੱਡੀ ਵੀ ਕਿਸੇ ਆਰਗੇਨਾਈਜੇਸ਼ਨ ਦਾ ਆਪਣੇ ਆਪ ਨੂੰ ਕਹਿੰਦਾ ਹੈ, ਉਹ ਸਾਡੇ ਸੰਘਰਸ਼ ਦੇ ਨਾਲ ਨਹੀਂ ਚੱਲਦਾ, ਉਹ ਤੋਂ ਕੋਈ ਵੱਖਰੀ ਵੀ ਗੱਲ ਕਰਦਾ ਜਾਂ ਜਿਹਦੇ ਨਾਲ ਸ਼ੰਕੇਜਾਰ ਹੁੰਦੇ ਨੇ ਇਹੋ ਜਿਹੀਆਂ ਸੈਲਫੀਆਂ ਲੈਣ ਨਾਲ, ਉਹੋ ਜਿਹੇ ਬੰਦਿਆਂ ਤੋਂ ਅਸੀਂ ਕਿਨਾਰਾ ਕਰੀਏ। ਤੇ ਹੋਰ ਬਹੁਤ ਲੋਕ ਨੇ ਸੱਚੇ ਦਿਲੋਂ, ਸੱਚੇ ਮਨੋਂ ਸੇਵਾ ਕਰਨ ਵਾਲੇ, ਅਸੀਂ ਬੱਸ ਸਰਵਿਸ ਵੀ ਆਪਦੀ ਬਦਲਾਂਗੇ। ਮਾਈਕ ਆਪਣੇ ਕੋਲੇ ਰੱਖਿਓ ਜੀ। ਤੁਹਾਨੂੰ ਇਹ ਸਵਾਲ ਆ, ਤੁਸੀਂ ਜਿਹੜੀ ਗੱਲ ਖੜੀ ਕੀਤੀ ਕਿ ਉੱਥੇ ਜਿਹੜੀਆਂ ਸਾਡੇ ਨਾਲ ਸਹਿਮਤੀਆਂ ਕੀਤੀਆਂ, ਸ਼ਬਦ ਵੀ ਵਰਤੇ ਉਹਨਾਂ ਨੇ, ਸਹਿਮਤੀ ਹੋ ਗਈ, ਉਸ ਤੋਂ ਬਾਅਦ ਹੁਣ ਤੁਸੀਂ ਕਹਿੰਦੇ ਹੋ ਅਜੇ ਲਿਖਤੀ ਨਹੀਂ ਆਇਆ। ਜੇ 4 ਤਰੀਕ ਤੱਕ ਕੋਈ ਲਿਖਤੀ ਨਹੀਂ ਆਉਂਦਾ, ਕੀ ਅਸੀਂ ਉਸ ਬੈਠਕ 'ਚ ਫੇਰ ਗੱਲ ਉਸੇ 2 ਗੱਲਾਂ ਤੋਂ ਸ਼ੁਰੂ ਕਰਾਂਗੇ ਜਾਂ ਐਮਐਸਪੀ ਔਰ ਸਿਰਫ ਕਾਨੂੰਨ ਵਾਸਤੇ? ਇਹ ਤਾਂ ਅੰਡਰਸਟੂਡ ਹੈ ਜੀ। ਜੇ ਪਹਿਲੀਆਂ ਗੱਲਾਂ ਦਾ ਸਾਨੂੰ ਕਨਫਰਮ ਨਹੀਂ ਹੁੰਦਾ, 4 ਤਰੀਕ ਦੀ ਗੱਲ ਤਾਂ ਹੀ ਸ਼ੁਰੂ ਹੋਊਗੀ ਜੇ ਉਹ ਕਨਫਰਮ ਕਰਨਗੇ। ਜੋਗਿੰਦਰ ਜੀ, ਇੱਕ ਸਵਾਲ ਤੁਹਾਨੂੰ ਹੈ। ਮੈਂ ਗੁਜਰਾਤ ਜਾ ਕੇ ਆਇਆ, ਉੱਥੇ ਤੋਂ ਪਤਾ ਲੱਗਿਆ ਕਿ 2000 ਕਿਸਾਨ ਉਰੇ ਆ ਰਹੇ ਸੀ, ਉਹਨਾਂ ਨੂੰ ਰੋਕ ਲਿਆ ਗਿਆ ਤੇ ਉਹਨਾਂ ਦੇ ਆਗੂਆਂ ਨੂੰ ਜੇਲ੍ਹ 'ਚ ਡੱਕ ਦਿੱਤਾ ਗਿਆ। ਕੀ ਤੁਹਾਡੇ ਤੱਕ ਇਹ ਖਬਰ ਹੈ? ਤੁਸੀਂ ਉਹਨਾਂ ਨਾਲ ਕੋਈ ਤਾਲਮੇਲ ਕਰੋਗੇ? हमें एक खबर पता लगी गुजरात में और उत्तर प्रदेश में जिस किस्म का रिप्रेसिव रिजीम है, सारे लॉ एंड ऑर्डर को इन्होंने ताक पे रखा हुआ है, पुलिस राज चल रहा है और
गुजरात के अंदर लोगों को हाउस अरेस्ट कर दिया गया, नेताओं को जाने से रोका गया, सबको अंदर बंद कर दिया गया। हम उसकी निंदा करते हैं। हम अपने गुजरात के साथियों के साथ हैं। उनमें से कुछ चुनिंदा नेता हमारे पास आए भी हैं, शाहजहांपुर में भी हैं, और इसी तरह से उत्तर प्रदेश के अंदर भी व्यवहार हो रहा है। हम उनसे संपर्क में हैं और हम इस तरह के सरकारी कामों की निंदा करते हैं और याद दिलाते हैं कि गुजरात सरकार जो कर रही है, उत्तर प्रदेश सरकार जो कर रही है, वो सुप्रीम कोर्ट के फैसले के बिल्कुल साफ तौर पे खिलाफ है। हमने एक आंकड़ा दिया है कि देश पे खजाना है, लेकिन जब किसान को देने का नाम आता है तो सरकार कहती है खजाना नहीं है। पिछले साल 5 लाख करोड़ निकाल के कारपोरेट को बांट दिया और जवाब नहीं आया मंत्री को। अभी जो पिछली मीटिंग थी उसमें मंत्री जी को जवाब नहीं आया कि कारपोरेट को देने के लिए 17,000 करोड़ मूर्ति को दिया, 17,000 करोड़ देश के बिल्डरों को दिया। उनको देने के लिए खजाना है, किसान को देने के लिए खजाना नहीं है। ये मैंने एक उदाहरण दिया है, ये नहीं कि उस बात को दूसरी तरफ कोई मत ले जाए कि हमने कर्मचारियों की विरोधता की। बीज गए उगदा जो हसैनी वाले तो साडे मत्थियां विच उस चानण दे पल पल हुंदे परवेश दा है। ओए असी मेला वेखण नहीं आए, ये युद्ध दिल्ली ते देश दा है। असी मेला वेखण नहीं आए, ये युद्ध दिल्ली ते देश दा है। यूनिवर्सिटी टाइम दे विच बोलदा हुंदा सीगा, कहंदा कौमां ओही जग ते जिउंदियां ने बंदे मर्द जिन्हां दे दलेर हुंदे। कौमां ओही जग ते जिउंदियां ने बंदे मर्द जिन्हां दे दलेर हुंदे। कौन पुੱਛਦਾ ਕੰਮ ਤੇ ਕੁੱਤਿਆਂ ਨੂੰ ਬੰਦ ਪਿੰਜਰੇ 'ਚ ਬਾਜ ਤੇ ਸ਼ੇਰ ਹੁੰਦੇ। ਸੋ ਇੱਕ ਅੰਗਰੇਜ਼ੀ ਦੀ ਕਹਾਵਤ ਹੈ ਜਿਹਨੂੰ ਮੈਂ ਪੰਜਾਬੀ 'ਚ ਕਹਿਣ ਲੱਗਿਆ, ਜੇ ਤੁਸੀਂ ਜੱਗ ਦੇ ਵਿੱਚ ਸ਼ਾਂਤੀ ਚਾਹੁੰਦੇ ਹੋ, ਸ਼ਾਂਤੀ ਨਾਲ ਜਿਉਣਾ ਚਾਹੁੰਦੇ ਹੋ ਤਾਂ ਜੰਗ ਲਈ ਹਮੇਸ਼ਾ ਤਿਆਰ ਰਹੋ। ਤੇ ਪੰਜਾਬ ਦੇ ਉਹ ਖੂਨ ਦੇ ਵਿੱਚ ਹੈ, ਭਾਵੇਂ ਜੰਗ ਦਾ ਆਗਾਜ਼ ਹੋਵੇ ਨਾ ਹੋਵੇ, ਪਰ ਅਸੀਂ ਪੰਜਾਬੀ ਹਮੇਸ਼ਾ ਤਿਆਰ ਰਹਿੰਦੇ ਆ। ਭਾਵੇਂ ਉਹ ਜੰਗ ਪਾਕਿਸਤਾਨ ਵੱਲੋਂ ਹੁੰਦੀ ਆਈ ਹੈ, ਚਾਹੇ ਅਫਗਾਨਿਸਤਾਨ ਵੱਲੋਂ ਹੁੰਦੀ ਆਈ ਹੈ, ਚਾਹੇ ਦਿੱਲੀ ਵੱਲੋਂ ਹੁੰਦੀ ਆਈ ਹੋਵੇ। ਪੰਜਾਬ ਦਾ ਇਮਤਿਹਾਨ ਹਰ ਇੱਕ ਕੌਮ ਨੇ ਲਿਆ, ਚਾਹੇ ਕੋਈ ਨਵੀਂ ਬਣੀ ਕੌਮ ਹੈ, ਚਾਹੇ ਕੋਈ ਪੁਰਾਣੀ ਹੈ, ਜਾਂ ਕੋਈ ਦੱਖਣ ਵਾਲੇ ਪਾਸੋਂ ਆਇਆ, ਪੱਛਮ ਵਾਲੇ ਪਾਸੋਂ ਆਇਆ, ਰੇਤੇ ਵਾਲੇ ਪਾਸੋਂ ਆਇਆ, ਪਹਾੜ ਵਾਲੇ ਪਾਸੋਂ ਆਇਆ, ਉਹ ਪੰਜਾਬ ਦਾ ਇਮਤਿਹਾਨ ਲੈਣ ਹੀ ਆਇਆ। ਸਿੰਘੂ ਬਾਰਡਰ ਤੇ 80 ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਬੈਠਕ ਕੀਤੀ ਗਈ। ਬੈਠਕ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ। इस दौरान किसान जथेबंदियां ने कहा कि कानून रद्द करवा के ही रहांगे। इस दौरान उन्होंने नवे साल की नवी रणनीति बारे भी दस्या। उन्होंने कहा कि जेकर 4 जनवरी ਨੂੰ होने वाली बैठक ਵਿੱਚ कोई हल ना निकलिया तो 6 जनवरी ਨੂੰ ट्रैक्टर रैली करांगे। योगेंद्र यादव ने कहा कि सरकार सानू हल्के ਵਿੱਚ ਲੈ ਰਹੀ है, किसान अंदोलन ਨੂੰ शाहीन बाग समझਣ ਦੀ गलती सरकार ना करे। ਪਠਾਨਕੋਟ ਦੇ ਨਰੋਟ ਜੈਮਲ ਸਿੰਘ ਵਿਖੇ ਨਵੇਂ ਸਾਲ ਦੀ ਪਹਿਲੀ ਸਵੇਰ ਨੂੰ ਹੀ 3 ਅਣਪਛਾਤੇ ਨਕਾਬਪੋਸ਼ ਲੁਟੇਰਿਆਂ ਦੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਜਾਣਕਾਰੀ ਦੇ ਮੁਤਾਬਿਕ ਅਣਪਛਾਤੇ ਨਕਾਬਪੋਸ਼ ਲੁਟੇਰੇ ਇੱਕ ਕਰਿਆਨਾ ਸਟੋਰ ਦੇ ਮਾਲਕ ਤੋਂ ਚਾਕੂ ਦੀ ਨੋਕ ਤੇ 25,000 ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਉਕਤ ਮਾਮਲੇ ਨੂੰ ਲੈ ਕੇ ਪੁਲਿਸ ਬਰੀਕੀ ਨਾਲ ਜਾਂਚ ਕਰ ਰਹੀ ਹੈ। ਬਠਿੰਡਾ ਦੇ ਪਿੰਡ ਭਾਈ ਬਖਤੌਰ ਵਿਖੇ ਇੱਕ ਸਰਪੰਚ ਅਤੇ ਉਸਦੇ ਸਾਥੀਆਂ ਦੇ ਵੱਲੋਂ ਹੀ ਰੇਤ ਦੀ ਨਾਜਾਇਜ਼ ਮਾਈਨਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪਿੰਡ ਵਾਸੀਆਂ ਦੀ ਸ਼ਿਕਾਇਤ ਦੇ ਆਧਾਰ ਤੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਸਰਪੰਚ ਅਤੇ ਉਸਦੇ 7 ਸਾਥੀਆਂ ਦੇ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਮੌਕੇ ਤੋਂ ਇੱਕ ਵਿਅਕਤੀ ਨੂੰ ਰੇਤ ਦੀ ਇੱਕ ਟਰਾਲੀ ਸਮੇਤ ਗ੍ਰਿਫਤਾਰ ਕੀਤਾ, ਜਦਕਿ ਬਾਕੀ ਆਰੋਪੀਆਂ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਲਹਿਰਾ ਗਾਗਾ ਦੇ ਨੇੜਲੇ ਪਿੰਡ ਖੋਖਰ ਕਲਾਂ ਦੇ ਵਿੱਚ ਇੱਕ ਪਿੰਡ ਦੇ ਖੇਤ ਵਿੱਚ ਲੱਗੇ ਟਰਾਂਸਫਾਰਮਰ ਦੇ ਵਿੱਚੋਂ ਤੇਲ ਅਤੇ ਤਾਂਬਾ ਚੋਰੀ ਕਰ ਲਿਆ ਗਿਆ। ਇਸ ਬਾਰੇ ਖੇਤ ਦੇ ਮਾਲਿਕ ਚਰਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਖੇਤ ਗਏ ਤਾਂ ਉਹਨਾਂ ਨੂੰ ਇਸ ਚੋਰੀ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਨੇੜਲੇ ਥਾਣੇ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ। ਬਠਿੰਡਾ ਵਿਖੇ ਇੱਕ ਫੌਜੀ ਵਿਅਕਤੀ ਦੇ ਨਾਲ 3 ਵਿਅਕਤੀਆਂ ਦੇ ਵੱਲੋਂ 48,000 ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਸਿਮਰਜੀਤ ਸਿੰਘ ਨੇ ਦੱਸਿਆ ਕਿ 3 ਵਿਅਕਤੀਆਂ ਨੇ ਧੋਖਾਧੜੀ ਕਰਕੇ ਉਸਦੇ ਕੋਲੋਂ ਇਹ ਰਕਮ ਲੁੱਟ ਲਈ। ਪੁਲਿਸ ਨੇ ਪੀੜਤ ਵਿਅਕਤੀ ਦੇ ਬਿਆਨ ਦਰਜ ਕਰਕੇ 3 ਵਿਅਕਤੀਆਂ ਦੇ ਖਿਲਾਫ ਧੋਖਾਧੜੀ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਲੁਧਿਆਣਾ ਦੇ ਅਧੀਨ ਪਿੰਡ ਮਨਸੂਰਾ ਕੋਲ ਇੱਕ ਸਿਰ ਕਟੇ ਬੱਚੇ ਦੀ ਲਾਸ਼ ਮਿਲੀ ਹੈ, ਜਿਸ ਕਰਕੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਦੇ ਮੁਤਾਬਿਕ ਬੱਚੇ ਦਾ ਕਟਿਆ ਹੋਇਆ ਸਿਰ ਉਸ ਦੀ ਲਾਸ਼ ਤੋਂ ਥੋੜੀ ਦੂਰ ਹੀ ਪਿਆ ਸੀ। ਪੁਲਿਸ ਦੇ ਵੱਲੋਂ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਵਿੱਚ ਕਤਲ ਦੇ ਮਾਮਲੇ ਵਿੱਚ ਬੰਦ ਉਮਰ ਕੈਦੀ ਬਲਦੇਵ ਸਿੰਘ ਦੇ ਜੇਲ੍ਹ ਵਿੱਚੋਂ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਦੇ ਮੁਤਾਬਿਕ ਅੱਜ ਸਵੇਰੇ ਉਕਤ ਕੈਦੀ ਨੂੰ ਜੇਲ੍ਹ ਵਿੱਚੋਂ ਬਾਹਰ ਕੰਮ ਦੇ ਲਈ ਕੱਢਿਆ ਗਿਆ ਸੀ, ਜੋ ਕਿ ਮੌਕਾ ਦੇ ਕੇ ਜੇਲ੍ਹ ਦੀ ਬਾਹਰਲੀ ਕੰਧ ਟੱਪ ਕੇ ਫਰਾਰ ਹੋ ਗਿਆ। ਪੁਲਿਸ ਦੇ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਇਹ ਕੈਦੀ ਪਹਿਲਾਂ ਵੀ ਜੇਲ੍ਹ ਦੇ ਵਿੱਚੋਂ 2 ਵਾਰ ਫਰਾਰ ਹੋ ਚੁੱਕਿਆ ਹੈ। ਉੱਤਰਾਖੰਡ ਦੇ ਉਦਮ ਸਿੰਘ ਨਗਰ ਜ਼ਿਲ੍ਹੇ ਦੇ ਬਾਜਪੁਰ ਕਸਬੇ ਦੇ ਵਿੱਚ ਇੱਕ ਸਿਗਰਟ ਦੇ ਪੈਸੇ ਦੀ ਮੰਗ ਕਰ ਰਹੇ ਦੁਕਾਨਦਾਰ ਨੂੰ ਇੱਕ ਪੁਲਿਸ ਮੁਲਾਜ਼ਮ ਨੇ ਆਪਣੇ 2 ਹੋਰ ਸਾਥੀਆਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ। ਇਸ ਘਟਨਾ ਤੋਂ ਨਾਰਾਜ਼ ਹੋਏ ਲੋਕਾਂ ਨੇ ਦੁਕਾਨਦਾਰ ਗੌਰਵ ਦੀ ਲਾਸ਼ ਨੂੰ ਥਾਣੇ ਦੇ ਬਾਹਰ ਰੱਖ ਕੇ ਪੁਲਿਸ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪ੍ਰਦਰਸ਼ਨ ਵੀ ਕੀਤਾ। ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਦੇ ਕੁਚਾਈਕੋਟ ਥਾਣਾ ਖੇਤਰ ਦੇ ਵਿੱਚ ਰਾਤ ਨੂੰ 2 ਧੜਿਆਂ ਦੇ ਦਰਮਿਆਨ ਹੋਏ ਝਗੜੇ ਦੇ ਵਿੱਚ ਪਿਤਾ ਅਤੇ ਪੁੱਤਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਮਾਰ ਦਿੱਤਾ ਗਿਆ। ਇਸ ਘਟਨਾ ਦੇ ਵਿੱਚ ਇੱਕ ਹੋਰ ਵਿਅਕਤੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਸ ਮਾਮਲੇ ਵਿੱਚ 6 ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਮੇਰਠ ਦੇ ਵਿੱਚ ਇੱਕ ਵਿਆਹੁਤਾ ਔਰਤ ਦੀ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਗਈ। ਇਸ ਕਤਲ ਦੇ ਪਿੱਛੇ ਨਜਾਇਜ਼ ਸਬੰਧ ਦੱਸੇ ਜਾ ਰਹੇ ਹਨ। ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਵਿੱਚ ਇੱਕ 3 ਸਾਲਾਂ ਦੀ ਮਾਸੂਮ ਬੱਚੀ ਦੇ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ 35 ਸਾਲਾਂ ਦੇ ਵਿਅਕਤੀ ਨੂੰ ਬਲਾਤਕਾਰ ਅਤੇ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦੇ ਮੁਤਾਬਿਕ ਦੋਸ਼ੀ ਹਾਲ ਹੀ ਦੇ ਵਿੱਚ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਦੁਨੀਆ ਦੇ ਹਰ ਕੋਨੇ ਦੀ ਨਿਊਜ਼ ਤੁਹਾਡੀ ਆਪਣੀ ਭਾਸ਼ਾ ਵਿੱਚ 24 ਆਵਰਸ ਲਾਈਵ ਨਿਊਜ਼ ਚੈਨਲ ਫਾਸਟਵੇ ਟੀਵੀ ਅਤੇ ਸਾਡੇ YouTube ਚੈਨਲ ਫਾਸਟਵੇ ਟੀਵੀ USA ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰੋ ਤਾਂ ਕਿ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ। ਤੁਸੀਂ ਫਾਸਟਵੇ ਟੀਵੀ ਵੀ Facebook ਤੇ ਲਾਈਵ ਵੇਖ ਸਕਦੇ ਹੋ। ਫਾਸਟਵੇ ਟੀਵੀ ਦੀ ਐਪ ਤੁਸੀਂ ਐਪਲ ਅਤੇ ਐਂਡਰੋਇਡ ਫੋਨ ਤੇ ਡਾਊਨਲੋਡ ਕਰ ਸਕਦੇ ਹੋ। ਵਰਲਡ ਦੇ ਸਾਰੇ IPTV ਤੇ ਦੇਖਿਆ ਜਾਣ ਵਾਲਾ ਫਾਸਟਵੇ ਟੀਵੀ ਚੈਨਲ। ਜੇਕਰ ਤੁਸੀਂ ਆਪਣੇ ਇਲਾਕੇ ਦੀ ਕੋਈ ਵੀ ਨਿਊਜ਼ ਜਾਂ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਤੇ ਸੰਪਰਕ ਕਰੋ 9177469910। ਤੁਹਾਡਾ ਆਪਣਾ ਫਾਸਟਵੇ ਟੀਵੀ ਚੈਨਲ। ਰਾਜਨੀਤੀ ਦੇ ਦਾਅ ਪੇਚ ਹੋਣ ਜਾਂ ਖੇਡਾਂ ਦੀ ਰਾਜਨੀਤੀ, ਗੱਲ ਹੋਵੇ ਸਿਨੇਮਾ ਦੀ ਚਕਾਚੌਂਧ ਦੀ ਜਾਂ ਅਪਰਾਧ ਦੇ ਅਤਿਆਚਾਰ ਦੀ, ਆਮ ਹੋ ਜਾਂ ਖਾਸ, ਨੇਤਾ ਹੋ ਜਾਂ ਕਲਾਕਾਰ, ਗੱਲ ਸਮਾਜ ਦੇ ਹਰ ਪੱਖ ਦੀ, ਹਰ ਖਬਰ ਦਾ ਹੁੰਦਾ ਵੱਖਰਾ ਅੰਦਾਜ਼, ਹਰ ਖਬਰ ਦੀ ਹੁੰਦੀ ਵੱਖਰੀ ਜਿਹੀ ਗੱਲ। ਬਸ ਲੋੜ ਹੈ ਥੋੜੇ ਜਿਹੇ ਹੌਸਲੇ ਦੀ, ਸੱਚ ਕਹਿਣ ਅਤੇ ਸੱਚ ਵਿਖਾਉਣ ਦੀ ਹਿੰਮਤ। ਇਸੇ ਹਿੰਮਤ ਦੇ ਨਾਲ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਤੁਹਾਡਾ ਆਪਣਾ ਫਾਸਟਵੇ ਟੀਵੀ ਚੈਨਲ।